ਲੋਕ ਆਤਮ ਹੱਤਿਆ ਕਿਉਂ ਕਰਦੇ ਆ? ਕਿਉਂ ਕੋਈ ਆਪਣੇ ਆਪ ਨੂੰ ਖਤਮ ਕਰ ਦਿੰਦਾ? ਕਿਉਂ ਕਈ ਵਾਰ ਪੂਰੀ ਦੀ ਪੂਰੀ ਫੈਮਿਲੀ ਵੀ ਆਤਮ ਹੱਤਿਆ ਕਰ ਸਕਦੀ ਹੈ? WHO ਪੂਰੇ ਤਰੀਕੇ ਨਾਲ ਸਪਸ਼ਟ ਕਰ ਚੁੱਕਿਆ ਹੈ ਕਿ ਸੁਸਾਈਡ 2020 ਦੇ ਖਤਮ ਹੋਣ ਤੱਕ ਦੂਸਰੇ ਨੰਬਰ ਦੀ ਸਭ ਤੋਂ ਖਤਰਨਾਕ ਬਿਮਾਰੀ ਦੇ ਤੌਰ 'ਤੇ ਮੰਨਿਆ ਜਾਊਗਾ। ਸਭ ਤੋਂ ਵੱਧ ਜਾਨਾਂ ਲੈਣ ਵਾਲੀ ਬਿਮਾਰੀ ਦੇ ਤੌਰ 'ਤੇ ਮੰਨਿਆ ਜਾਊਗਾ। ਤਾਂ ਮੌਤ ਦੇ ਕੀ ਕਾਰਨ ਹੁੰਦੇ ਆ? ਮੌਤ ਦੇ 100 ਕਾਰਨ ਵੀ ਆਪਾਂ ਗਿਣੀਏ, ਐਕਸੀਡੈਂਟ ਹੋ ਗਿਆ, ਬਿਮਾਰੀ ਹੋ ਗਈ, ਕੁਛ ਹੋ ਗਿਆ, 100 ਕਾਰਨਾਂ ਦੇ ਵਿੱਚੋਂ ਪਹਿਲੇ 10 ਕਾਰਨਾਂ ਦੇ ਵਿੱਚ ਸੁਸਾਈਡ ਆਉਂਦਾ ਵਾ। ਇਨਸਾਨ ਦੀ ਮੌਤ ਦੇ ਪਹਿਲੇ 10 ਕਾਰਨਾਂ ਦੇ ਵਿੱਚ ਸੁਸਾਈਡ। ਓਕੇ, ਜੇ ਦੇਖਿਆ ਜਾਵੇ 16 ਸਾਲ ਦੀ ਏਜ ਤੋਂ ਲੈ ਕੇ 45 ਸਾਲ ਦੀ ਏਜ ਤੱਕ, 45 ਸਾਲ ਦੀ ਏਜ ਤੱਕ ਪਹਿਲੇ ਜੋ 10 ਕਾਰਨ ਹੁੰਦੇ ਆ ਮੌਤ ਦੇ, ਉਹਨਾਂ ਦੇ ਵਿੱਚੋਂ ਤੀਸਰੇ ਨੰਬਰ ਵਾਲਾ ਕਾਰਨ ਹੁੰਦਾ ਗਾ ਸੁਸਾਈਡ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਵੀ ਜੋ ਸੁਸਾਈਡ ਦਾ ਜੋ ਰੇਸ਼ੋ ਕਿੰਨਾ ਜ਼ਿਆਦਾ ਹਾਈ ਆ। 16 ਤੋਂ 45 ਸਾਲ ਦੀ ਉਮਰ ਤੱਕ ਜੇ ਕੋਈ ਮਰਦਾ ਤਾਂ ਪਹਿਲੇ 10 ਕਾਰਨਾਂ ਦੇ ਵਿੱਚੋਂ ਤੀਸਰੇ ਨੰਬਰ 'ਤੇ ਆਉਂਦਾ ਹੈ ਸੁਸਾਈਡ। ਤਾਂ ਜੇ ਆਪਾਂ ਔਰਤ ਅਤੇ ਮਰਦ ਨੂੰ ਕੰਪੇਅਰ ਕਰੀਏ ਤਾਂ ਇੱਕ ਬੰਦਾ ਤੇ ਉਹਦੇ ਮੁਕਾਬਲੇ ਵਿੱਚ 3 ਔਰਤਾਂ ਘੱਟ ਮਤਲਬ ਮਰਦੀਆਂ, ਘੱਟ ਸੁਸਾਈਡ, 3% ਦਾ ਫਰਕ ਹੁੰਦਾ ਗਾ। ਇੱਕ ਸਿਰਫ ਇੰਡੀਆ ਦੀ ਗੱਲ ਕਰਦੇ, ਇੰਡੀਆ ਦਾ ਜੋ ਸਰਵੇ ਸੀਗਾ ਉਹਦੇ ਵਿੱਚ ਪਾਇਆ ਸੀ 1 ਲੱਖ ਲੋਕਾਂ ਮਗਰ 10 ਜਾਣੇ ਸੁਸਾਈਡ ਕਰਦੇ ਆ। ਅਤੇ ਸਭ ਤੋਂ ਜ਼ਿਆਦਾ ਹਾਈ ਸੀਗਾ ਪਾਂਡੀਚੇਰੀ ਦਾ, ਜਿੱਥੇ 1 ਲੱਖ ਲੋਕਾਂ ਦੇ ਵਿੱਚੋਂ 70 ਲੋਕ ਸੁਸਾਈਡ ਕਰਦੇ। ਮਰਦ ਦੀ ਜੋ ਐਵਰੇਜ ਆ 3 ਗੁਣਾ ਔਰਤਾਂ ਦੇ ਸੁਸਾਈਡ ਤੋਂ ਵੱਧ ਆ। ਠੀਕ ਹੈ। ਅਤੇ ਜੇ ਇੱਕ ਹੋਰ ਕੇਸ ਸਟੱਡੀ ਸੀਗੀ, ਉਹਦੇ ਵਿੱਚ ਪਾਇਆ ਗਿਆ ਸੀ ਇੱਥੋਂ ਇਹ ਰੇਸ਼ੋ ਉਲਟ ਹੋ ਜਾਂਦਾ ਵੀ ਸੁਸਾਈਡ ਕਰਨ ਦੀ ਕੋਸ਼ਿਸ਼ ਕਰਨ ਦੇ ਵਿੱਚ ਮਰਦ ਨਾਲੋਂ ਔਰਤਾਂ 3 ਗੁਣੇ ਵੱਧ ਇਹ ਚੀਜ਼ ਦੀ ਕੋਸ਼ਿਸ਼ ਕਰਦੀਆਂ, ਪਰ ਉਹਨਾਂ ਦੇ ਸੁਸਾਈਡ ਸਫਲ ਨਹੀਂ ਹੁੰਦੇ। ਸੋ ਓਵਰਆਲ ਮਰਦਾਂ ਦੇ ਸੁਸਾਈਡ ਔਰਤਾਂ ਦੇ ਨਾਲੋਂ 3% ਜ਼ਿਆਦਾ ਹੁੰਦੇ ਆ। ਵਜ੍ਹਾ ਕੀ ਆ? ਇੱਕ ਤਾਂ ਜੋ ਸਾਡੀ ਸੁਸਾਇਟੀ ਆ ਓਵਰਆਲ ਦੁਨੀਆ ਦੀ ਆ, ਮਰਦ ਨੂੰ ਗਿਣਿਆ ਜਾਂਦਾ ਇਹ ਕਦੇ ਰੋਂਦਾ ਨਹੀਂ, ਸਟਰੋਂਗ ਆ, ਸਭ ਜ਼ਿੰਮੇਵਾਰੀਆਂ ਨਿਭਾਊਗਾ, ਵੱਡੀਆਂ ਵੱਡੀਆਂ ਉਮੀਦਾਂ ਹੁੰਦੀਆਂ। ਸਾਰੇ ਇਨਸਾਨ ਇਹ ਚੀਜ਼ਾਂ ਕਰਨ ਦੇ ਕਾਬਿਲ ਨਹੀਂ ਹੁੰਦੇ ਗੇ। 100 ਵਿੱਚੋਂ 100 ਉਹਨਾਂ ਵਿੱਚੋਂ ਕੁਛ ਹੁੰਦੇ ਆ ਜੋ ਸਾਰੀਆਂ ਜ਼ਿੰਮੇਵਾਰੀਆਂ ਚੱਕਣ ਦੇ ਯੋਗ ਨਹੀਂ ਹੁੰਦੇ। ਸੋ ਇਸ ਤਰ੍ਹਾਂ ਦੇ ਪ੍ਰੈਸ਼ਰ ਵੀ ਕਈ ਵਾਰ ਸੁਸਾਈਡ ਦਾ ਕਾਰਨ ਬਣਦੇ ਆ। ਤਾਂ ਸਭ ਤੋਂ ਪਹਿਲਾਂ ਜੇ ਆਪਣਾ ਚਾਈਲਡਹੁੱਡ ਬਹੁਤ ਹੀ ਖਰਾਬ ਲੰਘਿਆ ਜਾਂ ਕਿਸੇ ਘਟਨਾਵਾਂ ਦੇ ਨਾਲ, ਗਲਤ ਘਟਨਾਵਾਂ ਦੇ ਨਾਲ ਲੰਘਿਆ, ਤਾਂ ਇਹ ਵੀ ਸੁਸਾਈਡ ਦਾ ਕਾਰਨ ਹੁੰਦਾ ਹੈ। ਜੇਕਰ ਤੁਹਾਡੇ ਕੋਲ ਨੌਕਰੀ ਨਹੀਂ ਹੈ, ਤੁਸੀਂ ਬਹੁਤ ਲੰਮੇ ਸਮੇਂ ਤੋਂ ਸਿੰਗਲ ਇਨਸਾਨ ਹੋ, ਜਾਂ ਤੁਸੀਂ ਹਲੇ ਸਕਸੈਸਫੁਲ ਨਹੀਂ ਹੋਏ ਕਿਸੇ ਵੀ ਤਰ੍ਹਾਂ, ਤਾਂ ਤੁਸੀਂ ਸੁਸਾਈਡ ਦੇ ਰਿਸਕ ਦੇ ਵਿੱਚ। ਦੇਖੋ, ਪਤੀ ਪਤਨੀ ਦੇ ਝਗੜੇ ਵੀ ਸੁਸਾਈਡ ਦਾ ਕਾਰਨ ਹੁੰਦੇ ਆ। ਦਾਜ ਦਹੇਜ ਦੇ ਝਗੜੇ ਵੀ ਮੌਤ ਦਾ ਕਾਰਨ ਹੁੰਦੇ ਆ। ਕੋਈ ਐਸੀ ਬਿਮਾਰੀ ਲੱਗ ਜਾਣਾ ਜਿਵੇਂ ਏਡਸ ਹੋ ਗਿਆ, ਕੁਛ ਹੋ ਗਿਆ, ਵੀ ਜੋ ਸੁਸਾਇਟੀ ਐਕਸੈਪਟ ਨਹੀਂ ਕਰਦੀ, ਉਹਨੂੰ ਬੁਰਾ ਸਮਝਦੇ, ਉਹ ਤੋਂ ਦੂਰ ਰਹਿੰਦੇ ਨਾ, ਇਹ ਵੀ ਸੁਸਾਈਡ ਦੇ ਕਾਰਨ ਹੁੰਦੇ ਆ। ਜਾਂ ਕੋਈ ਸੱਟ ਚੋਟ ਐਸੀ ਲੱਗ ਜਾਣਾ ਜਿਹਦਾ ਦਰਦ ਬਰਦਾਸ਼ਤ ਨਾ ਹੋ ਪਾਉਣਾ, ਵੀ ਸੁਸਾਈਡ ਦੇ ਕਾਰਨ ਹੁੰਦੇ ਆ। ਜਾਂ ਗਰੀਬੀ ਬਹੁਤ ਜ਼ਿਆਦਾ ਹੋਣਾ, ਇਹ ਵੀ ਸੁਸਾਈਡ ਦਾ ਕਾਰਨ ਹੁੰਦਾ ਹੈ।
ਬਹੁਤ ਸਮੇਂ ਤੋਂ ਬੇਰੁਜ਼ਗਾਰ ਹੋਣਾ ਵੀ ਮੌਤ ਦਾ ਕਾਰਨ ਹੁੰਦਾ ਹੈ। ਕੋਈ ਆਪਦੀ ਜੋ ਕਰੈਕਟਰ ਹੁੰਦਾ ਗਾ, ਕੁਛ ਵੱਡੇ ਲੈਵਲ ਦੀ ਗਲਤੀ ਜਾਂ ਕੋਈ ਇਲਜ਼ਾਮ ਵੀ ਮੌਤ ਦਾ ਕਾਰਨ ਹੁੰਦਾ ਹੈ। ਕੋਈ ਫਾਈਨੈਂਸ਼ੀਅਲ ਤੌਰ 'ਤੇ ਬੈਂਕਰਪਟੀ, ਮਤਲਬ ਕੋਈ ਬਹੁਤ ਵੱਡਾ ਘਾਟਾ ਪੈ ਜਾਣਾ ਜਾਂ ਸਭ ਪੈਸਾ ਜਾਂ ਸਭ ਕੁਛ ਖੋ ਜਾਣਾ, ਕਿਸੇ ਵੀ ਕਾਰਨ ਕਰਜ਼ ਥੱਲੇ ਆ ਜਾਣਾ ਵੀ ਮੌਤ ਦਾ ਕਾਰਨ ਹੁੰਦਾ ਹੈ। ਸੋ ਮੇਨ ਜੇ ਮਰਦਾਂ ਦੀ ਜੋ ਸੁਸਾਇਟੀ ਦੇ ਜੋ ਕਾਰਨ ਵੱਧ ਇਸੇ ਕਰਕੇ ਹੀ ਹੈ ਕਿ ਉਹਨਾਂ ਦੇ ਜ਼ਿੰਮੇਵਾਰੀਆਂ ਸੁਸਾਇਟੀ ਦੇ ਲੈਵਲ 'ਤੇ ਜ਼ਿਆਦਾ, ਉਹਨੂੰ ਪ੍ਰੈਸ਼ਰ ਫੀਲ ਕਰਦੇ ਆ, ਉਹ ਸ਼ਰਮਿੰਦਾ ਨਹੀਂ ਹੋਣਾ ਚਾਹੁੰਦੇ, ਜਾਂ ਕਈ ਵਾਰ ਕਿਸੇ ਐਗਜ਼ਾਮ ਤੋਂ ਫੇਲ ਹੋਣਾ ਵੀ ਮੌਤ ਦਾ ਕਾਰਨ ਹੁੰਦਾ। ਕਿਸੇ ਪਿਆਰ ਟੁੱਟਣਾ ਵੀ ਕਿਸੇ ਲਈ ਮੌਤ ਦਾ ਕਾਰਨ ਹੁੰਦਾ ਗਾ। ਠੀਕ ਆ, ਇਹ ਤਾਂ ਹੋ ਗਏ ਕਾਰਨ। ਸਲਿਊਸ਼ਨ ਕਾਰਨਾਂ ਦੇ ਵਿੱਚੋਂ ਮੇਨ ਵੀ ਇਨਸਾਨ ਸੁਸਾਈਡ ਕਰਦਾ ਹੀ ਕਿਉਂ ਆ। ਅਕਸਰ ਇਹ ਚੀਜ਼ਾਂ ਤਾਂ ਹੋ ਗਈਆਂ ਵੀ ਇਹ ਚੀਜ਼ਾਂ ਦਿਮਾਗ ਦੇ ਵਿੱਚ ਘਟਦੀਆਂ। ਉਸ ਤੋਂ ਬਾਅਦ ਜੋ ਕਾਰਨ ਹੁੰਦਾ ਉਹ ਡਿਪਰੈਸ਼ਨ ਹੁੰਦਾ ਹੈ। ਡਿਪਰੈਸ਼ਨ ਮਤਲਬ ਉਦਾਸ ਰਹਿਣ ਲੱਗ ਜਾਂਦਾ ਇਨਸਾਨ, ਉਹਨੂੰ ਕਿਸੇ ਪਾਸੋਂ ਵੀ ਕੋਈ ਵੀ ਉਮੀਦ ਨਹੀਂ ਦਿਸਦੀ। ਤੁਸੀਂ ਨੋਟਿਸ ਕਰਨਾ ਵੀ ਜੇ ਵੀ ਕੋਈ ਵੀ ਇਨਸਾਨ ਤੁਹਾਡੇ ਆਸ ਪੜੋਸ ਕਿਤੇ ਵੀ ਤੁਸੀਂ ਜਾਣਦੇ ਹੋ ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਵੀ ਜ਼ਿੰਦਗੀ ਵਿੱਚ ਕੁਛ ਨਹੀਂ ਰੱਖਿਆ, ਮੌਤ ਚੰਗੀ ਹੈ, ਤੂੰ ਇਹ ਹੋ ਗਿਆ, ਉਹ ਵੀ ਬਹੁਤ ਜ਼ਿਆਦਾ ਨੈਗੇਟਿਵ ਹੋ ਚੁੱਕਿਆ ਅਤੇ ਉਹ ਇਕੱਲਾ ਰਹਿਣਾ ਪਸੰਦ ਕਰਦਾ, ਸਿਰਫ ਸੋਚਦਾ ਰਹਿੰਦਾ ਹੈ, ਤਾਂ ਕੋਸ਼ਿਸ਼ ਕਰੋ ਸਭ ਤੋਂ ਪਹਿਲਾਂ ਉਹਦੀਆਂ ਸਾਰੀਆਂ ਗੱਲਾਂ ਸੁਣਨ ਦੀ। ਕਈ ਵਾਰ ਇਹੋ ਜਿਹੀ ਕੰਡੀਸ਼ਨ ਵੀ ਹੁੰਦੀ ਆ, ਇਹੋ ਜਿਹੇ ਕੁਛ ਘਟਨਾਵਾਂ ਵੀ ਹੁੰਦੀਆਂ ਵੀ ਇਨਸਾਨ ਕਿਸੇ ਨਾਲ ਵੀ ਸਾਂਝੀਆਂ ਨਹੀਂ ਕਰ ਸਕਦਾ, ਕਿਸੇ ਨਾਲ ਵੀ ਨਹੀਂ। ਤਾਂ ਜਦੋਂ ਕੋਈ ਨਹੀਂ ਦੱਸ ਰਿਹਾ ਵਾ, ਤਾਂ ਅੱਜ ਸਾਇੰਸ ਕੋਲ ਇੰਨੀ ਪਹੁੰਚ ਹੈਗੀ ਆ, ਕਿੰਨਾ ਵੀ ਡਿਪਰੈਸਡ ਇਨਸਾਨ ਉਹਦੀ ਸਾਈਕੋਥੈਰੇਪੀ ਕਰਕੇ ਜਾਂ ਹੋਰ ਤਰੀਕੇ ਨਾਲ ਉਸ ਨੂੰ ਡਿਪਰੈਸ਼ਨ ਤੋਂ ਬੜੀ ਆਸਾਨੀ ਨਾਲ ਬਾਹਰ ਕੱਢਿਆ ਜਾਂਦਾ ਹੈ ਅਤੇ ਉਹਦੀ ਮੌਤ ਆਉਣ ਦਾ ਖਤਰਾ ਟਲ ਜਾਂਦਾ। ਇਹ ਚੀਜ਼ ਆਪਣਾ ਫਰਜ਼ ਬਣਦਾ ਹੈ ਵੀ ਆਪਾਂ ਧਿਆਨ ਰੱਖੀਏ, ਕਿਸੇ ਨੂੰ ਇਗਨੋਰ ਨਾ ਕਰੀਏ ਜੇ ਕੋਈ ਕਿਸੇ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਲੱਛਣ ਦੇਖਦੇ ਹਾਂ। ਅਤੇ ਦੂਸਰੀ ਗੱਲ, ਜੋ ਆਪਣੇ ਕਾਰਨ ਵੀ ਕੋਈ ਸੁਸਾਈਡ ਕਰ ਸਕਦਾ, ਆਪਣੇ ਕਹੇ ਸ਼ਬਦਾਂ ਦੇ ਕਾਰਨ ਵੀ ਕਰ ਸਕਦਾ ਗਾ। ਸੋ ਬੀ ਕਾਇੰਡ, ਦਿਆਲੂ ਰਹੋ, ਦਿਆਲੂ ਬਣੋ। ਕਿਸੇ ਦੀ ਵੀ ਜੋ ਆਪਣੇ ਅੰਡਰ ਕੰਟਰੋਲ ਆ, ਕਿਸੇ ਤੋਂ ਕੋਈ ਬਹੁਤ ਗਲਤੀ ਹੋਈ ਆ ਤਾਂ ਉਸ ਨੂੰ ਇੰਨਾ ਵੀ ਨਾ ਝਿੜਕੋ ਜਾਂ ਕੁਛ ਤੇਜ਼ ਗੱਲਾਂ ਨਾ ਕਹੋ ਵੀ ਉਹ ਸੁਸਾਈਡ ਕਰ ਜਾਵੇ। ਜਦੋਂ ਇਹ ਕੰਡੀਸ਼ਨ ਹੁੰਦੀ ਹੈ ਤਾਂ ਆਪਾਂ ਨਹੀਂ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਤੂੰ ਉਦਾਸ ਕਿਉਂ, ਤੂੰ ਇਹ ਕਿਉਂ, ਤੂੰ ਜੋ ਕਿਉਂ, ਅਤੇ ਇਹ ਵੀ ਇੱਕ ਕਾਰਨ ਹੁੰਦੇ ਆ। ਸੋ ਬੇਨਤੀ ਸਾਰਿਆਂ ਨੂੰ ਇਹੀ ਆ, ਧਿਆਨ ਰੱਖਿਆ ਕਰੋ ਆਪਣਿਆਂ ਦਾ, ਜਿਨ੍ਹਾਂ ਨੂੰ ਤੁਸੀਂ ਜਾਣਦੇ ਆ, ਅਤੇ ਆਪਣੇ ਆਸ ਪੜੋਸ ਦਾ। ਜਦੋਂ ਵੀ ਤੁਹਾਨੂੰ ਕਿਸੇ ਵਿੱਚ ਇਸ ਤਰ੍ਹਾਂ ਦਾ ਕੁਛ ਲੱਗਦਾ ਹੈ ਤਾਂ ਸਭ ਤੋਂ ਪਹਿਲਾਂ ਆਪ ਕੋਸ਼ਿਸ਼ ਕਰੋ ਉਸ ਤੋਂ ਪੁੱਛ-ਗਿੱਛ ਕਰਨ ਦੀ, ਉਸ ਨੂੰ ਹੌਸਲਾ ਦੇਣ ਦੀ, ਉਸ ਦੀ ਗੱਲਾਂ ਦੇ ਹੱਲ ਕਰਨ ਦੀ। ਜੇਕਰ ਉਹ ਨਹੀਂ ਕੁਛ ਵੀ ਨਹੀਂ ਦੱਸਣਾ ਚਾਹੁੰਦਾ ਤਾਂ ਉਸ ਨੂੰ ਡਾਕਟਰ ਕੋਲ ਲੈ ਕੇ ਜਾਓ, ਮਨੋਚਿਕਿਤਸਕ ਕੋਲ ਲੈ ਕੇ ਜਾਓ, ਅਤੇ ਉਸ ਦੀ ਜਾਨ ਬਚ ਸਕਦੀ ਆ। ਕਿਉਂਕਿ ਅਕਸਰ ਹੀ ਲੋਕ ਮੌਤ ਤੋਂ ਬਾਅਦ ਕਹਿ ਦਿੰਦੇ ਆ, ਹਾਂ ਮੈਂ ਦੇਖਿਆ ਸੀ, ਇਕੱਲਾ ਬੈਠਾ ਰਹਿੰਦਾ ਸੀ, ਗੱਲਾਂ ਵੀ ਇਹੋ ਜਿਹੀਆਂ ਕਰਦਾ ਸੀ। ਤਾਂ ਕਿਤੇ ਨਾ ਕਿਤੇ ਆਪਾਂ ਉਹਦੀ ਮੌਤ ਦੇ ਜ਼ਿੰਮੇਦਾਰ ਹੁੰਦੇ ਹਾਂ। ਅੱਗੇ ਤੋਂ ਇਹ ਗਲਤੀ ਨਾ ਹੋਣ ਦਿਓ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ।